ਜਦੋਂ ਮੈਨੂੰ ਦੱਸਿਆ ਗਿਆ ਸੀਗਾ ਕਿ ਥੀਮ ਕੀ ਹੈ, ਟੌਪਿਕ ਕੀ ਹੈ, ਤੇ ਕਈ ਚੀਜ਼ਾਂ ਆਈਆਂ ਮਾਈਂਡ ਵਿੱਚ ਕਿ ਮੈਂ ਕੀ ਕਹਿ ਸਕਦਾ, ਕਿਸ ਬਾਰੇ ਸ਼ੇਅਰ ਕਰ ਸਕਦਾ। ਔਰ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਚੀਜ਼ ਹੋਏਗੀ ਜਿਹੜੀ ਛੁੱਟ ਗਈ ਹੈ। ਇੰਨੇ ਵਧੀਆ ਤਰੀਕੇ ਨਾਲ ਸਰ ਤੁਸੀਂ ਸਾਰਾ ਸਾਨੂੰ ਸਮਝਾਇਆ। ਸੋ ਮੈਂ ਥੋੜ੍ਹਾ ਜਿਹਾ ਹੁਣ ਚੇਂਜ ਕਰ ਲੈਂਦਾ ਆਪਣਾ ਟੌਪਿਕ, ਬਜਾਏ ਇਹ ਗੱਲ ਕਰਨ ਦੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਲਾਈਫ 'ਚ ਕੀ ਕੀਤਾ, ਕੀ ਨਹੀਂ ਕੀਤਾ। ਮੈਂ ਦੇਖ ਰਿਹਾ ਇੱਥੇ ਕਾਫੀ ਸਾਰੇ ਬੱਚੇ ਵੀ ਬੈਠੇ ਨੇ ਸਕੂਲ ਦੇ, ਕਾਲਜ ਦੇ। ਮੈਂ ਆਪਣੀ ਸਕੂਲ ਲਾਈਫ ਤੋਂ ਕੁਝ ਸ਼ੇਅਰ ਕਰਦਾ। ਜਦੋਂ ਮੈਂ ਸਕੂਲ 'ਚ ਸੀਗਾ ਅਤੇ ਉਸ ਵੇਲੇ ਮੇਰੇ ਮਦਰ ਮੈਨੂੰ ਮਾਵਾਂ ਸਿਖਾਉਂਦੀਆਂ, ਮਾਂ ਪਿਓ ਹਮੇਸ਼ਾ ਲਾਈਫ ਲੈਸਨਸ ਦਿੰਦੇ ਆ, ਕਈ ਕੁਝ ਦੱਸਦੇ ਹੁੰਦੇ ਸੀਗੇ। ਇੱਕ ਗੱਲ ਕਈਆਂ 'ਚੋਂ ਮੈਨੂੰ ਬੜੀ ਅੰਦਰ ਤੱਕ ਲੱਗੀ। ਉਹਨਾਂ ਨੇ ਮੈਨੂੰ ਕਿਹਾ, ਬੇਟਾ ਜਦੋਂ ਤੁਸੀਂ ਟੋਇਲੇਟ ਦੇ ਅੰਦਰ ਬੈਠੇ ਹੁੰਦੇ ਹੋ ਨਾ, ਅਤੇ ਮੂੰਹ ਤੋਂ ਸਾਹ ਨਹੀਂ ਲੈਣਾ, ਨੱਕ ਤੋਂ ਸਾਹ ਲੈਣਾ ਹੈ। ਔਰ ਮੈਂ ਉਹਨਾਂ ਨੂੰ ਹਮੇਸ਼ਾ ਇਹ ਕਹਿੰਦਾ ਹੁੰਦਾ ਸੀਗਾ ਜਵਾਬ ਦੇ ਤੌਰ 'ਤੇ ਕਿ ਮੈਂ ਅੰਦਰ ਕਮਰੇ 'ਚ ਦਰਵਾਜ਼ਾ ਬੰਦ ਕਰਕੇ ਕੀ ਕਰਦਾ, ਮੇਰੀ ਪ੍ਰੋਬਲਮ ਹੈ, ਤੁਸੀਂ ਕਿਉਂ ਆਪਣਾ ਨੱਕ ਵਿੱਚ ਵਾੜ ਰਹੇ ਹੋ? ਕਿਤੇ ਤਾਂ ਮੈਨੂੰ ਇਕੱਲੇ ਬਹਿਣ ਦਿਓ। ਹਰ ਜਗ੍ਹਾ ਇੰਸਟਰਕਸ਼ਨਸ ਨਹੀਂ, ਇੱਦਾਂ ਨਹੀਂ ਕਰਨਾ, ਲਾਈਫ ਇੱਦਾਂ ਜਿਹੜੀਆਂ ਹੁੰਦਾ ਹੈ ਨਾ ਸਾਰਿਆਂ ਦੇ ਨਾਲ। ਹਮੇਸ਼ਾ ਪੇਰੈਂਟਸ ਬੋਲਦੇ ਰਹਿੰਦੇ ਨਹੀਂ ਇੱਦਾਂ ਨਹੀਂ ਕਰੋ, ਇੱਦਾਂ ਉੱਠੋ, ਇੱਦਾਂ ਬੈਠੋ, ਇੱਦਾਂ ਹੱਥ ਜੋੜ ਕੇ ਖੜੇ ਹੋਵੋ, ਇੱਦਾਂ ਸਿਰ ਢੱਕੋ, ਇੱਥੇ ਪੈਰੀਂ ਹੱਥ ਲਾਓ, ਇੱਦਾਂ ਜਾ ਕੇ ਬਹਿ ਜਾਓ, ਸ਼ਾਮ ਨੂੰ ਝਾੜੂ ਨਹੀਂ ਮਾਰਨਾ, ਰਾਤ ਨੂੰ ਨਹੁੰ ਨਹੀਂ ਕੱਟਣੇ। ਲੰਬੀ ਸਾਰੀ ਲਿਸਟ ਹੁੰਦੀ ਹੈ, ਯਾਦ ਰੱਖਣੀ ਮੁਸ਼ਕਿਲ ਹੋ ਜਾਂਦੀ ਕਈ ਵਾਰੀ। ਤਾਂ ਜੇ ਪੁੱਛੋ ਕਿਉਂ, ਭਗਵਾਨ ਗੁੱਸੇ ਹੋ ਜਾएंगे, ਭਗਵਾਨ ਜੀ ਨਾਰਾਜ਼ ਹੋ ਜਾएंगे, ਸੱਚੇ ਪਾਤਸ਼ਾਹ ਨਾਰਾਜ਼ ਹੋ ਜਾਣਗੇ ਤੁਹਾਡੇ ਤੋਂ, ਕਰਨਾ ਤਾਂ ਪਏਗਾ। ਠੀਕ ਹੈ ਜੀ, ਕਰਨਾ ਪਏਗਾ। ਸੋ ਮੈਂ ਮਤਲਬ ਇੱਕ ਤਰੀਕੇ ਨਾਲ ਕ੍ਰਾਂਤੀਕਾਰੀ ਬੱਚਾ ਹੋਇਆ ਥੋੜ੍ਹਾ ਜਿਹਾ। ਅੱਜ ਮੈਂ ਕਾਲਜ ਵਿੱਚ ਖੜ੍ਹਾ, ਮੈਂ ਸਾਰਿਆਂ ਨੂੰ ਦੱਸਦਾ ਮੈਂ ਕਦੀ ਪੜ੍ਹਨ ਲਈ ਕਾਲਜ ਨਹੀਂ ਗਿਆ। ਅੱਜ ਮੈਂ ਕਈ ਕਾਲਜਿਸ ਵਿੱਚ ਪੜ੍ਹਾਉਂਦਾ, ਲੇਕਿਨ ਮੈਂ ਅੱਜ ਤੱਕ ਕਿਸੇ ਕਾਲਜ ਵਿੱਚ ਐਂਟਰ ਕਰਕੇ ਪੜ੍ਹਾਈ ਨਹੀਂ ਕੀਤੀ ਹੈਗੀ। ਸਕੂਲ ਲਾਈਫ ਜਦੋਂ ਖ਼ਤਮ ਕੀਤੀ ਉਦੋਂ ਹੀ ਜੋਬ ਮਿਲ ਗਈ, ਕਿਉਂਕਿ ਮੈਂ ਆਪਣੀ ਸਕੂਲ ਲਾਈਫ ਦੇ ਅੰਦਰ ਹੀ ਕੁਝ ਇਹੋ ਜਿਹੀਆਂ ਚੀਜ਼ਾਂ ਸਿੱਖ ਲਈਆਂ ਸੀਗੀਆਂ। ਮੈਂ ਹੁਣ ਤੁਹਾਡੇ ਨਾਲ ਸ਼ੇਅਰ ਵੀ ਕਰਾਂਗਾ ਉਹ। ਜਿਸ ਤੋਂ ਬਾਅਦ ਮੈਨੂੰ ਇੱਕ ਮਿਥ ਬਣਿਆ ਹੈ ਨਾ ਕਿ ਨਹੀਂ, ਲਾਈਫ ਨੂੰ ਇੱਦਾਂ ਹੀ ਚਲਾਉਣਾ ਪਏਗਾ। ਸਕੂਲ ਖਤਮ ਕਰਨਾ ਹੈ, ਉਸ ਤੋਂ ਬਾਅਦ ਕਾਲਜ ਕਰਨਾ ਹੀ ਕਰਨਾ ਹੈ, ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਜਾਣਾ ਹੀ ਜਾਣਾ ਹੈ, ਉਸ ਤੋਂ ਬਾਅਦ ਜੋਬ ਲੱਭਣ ਜਾਣਾ ਹੈ। ਉਸ ਚੀਜ਼ ਦੀ ਲੋੜ ਹੀ ਨਹੀਂ ਪਈ। ਔਰ ਅੱਜ ਵੀ ਮੈਨੂੰ ਕਈ ਲੋਕ ਕਹਿੰਦੇ ਨੇ ਕਿ ਨਹੀਂ ਤੈਨੂੰ ਨਾ ਨਾਲ ਕੁਝ ਹੋਰ ਵੀ ਕਰ ਲੈਣਾ ਚਾਹੀਦਾ। ਮੈਂ ਡਿਗਰੀ ਕਾਫੀ ਬਾਅਦ ਚੋਂ ਕੀਤੀ, ਉਦੋਂ ਮੇਰੀ ਮੈਰਿਜ ਵੀ ਹੋ ਚੁੱਕੀ ਸੀ ਜਦ ਤੱਕ ਮੇਰੀ ਡਿਗਰੀ ਮੇਰੇ ਹੱਥ 'ਚ ਆਈ। ਬਟ ਸ਼ੌਂਕੀਆ ਸਿਰਫ ਦੇਖਣ ਲਈ ਕਿ ਡਿਗਰੀ 'ਚ ਇਹੋ ਜਿਹਾ ਕੀ ਹੈ ਕਿ ਸਾਰੇ ਮੇਰੇ ਮਗਰ ਪਏ ਹੋਏ ਨੇ। ਔਰ ਜਦੋਂ ਮੈਂ ਡਿਗਰੀ ਕੀਤੀ ਤਾਂ ਮੈਨੂੰ ਸਮਝ ਆਇਆ ਕਿ ਇਹ ਤਾਂ ਲੋੜ ਹੀ ਨਹੀਂ ਸੀਗੀ। ਐਵੇਂ ਹੀ ਹੁਣ ਮੈਨੂੰ ਚੇਤਾ ਵੀ ਨਹੀਂ ਕਿਹੜੇ ਸਾਲ 'ਚ ਕੀਤੀ, ਕਿੱਥੇ ਪਈ ਹੋਈ ਹੈ ਡਿਗਰੀ। ਮੈਨੂੰ ਕਈ ਕਹਿੰਦੇ ਨਹੀਂ ਕੋਈ ਗੱਲ ਨਹੀਂ, ਤੂੰ ਜੋ ਟੈਲੈਂਟ ਇਕੱਠਾ ਕਰ ਰਿਹਾ ਕਰ ਲੈ, ਨਾਲ ਡਿਗਰੀ ਕਰਕੇ ਰੱਖ ਲੈ, ਐਮਰਜੈਂਸੀ 'ਚ ਕੰਮ ਆਉਂਦੀ ਹੈ। ਮੈਂ ਕਿਹਾ ਜੀ ਠੀਕ ਹੈ, ਜੇ ਤੁਹਾਡੀ ਗੱਡੀ ਖਰਾਬ ਹੋ ਜਾਏ ਕਦੀ ਤਾਂ ਘਰ ਫਿਰ ਇੱਕ ਘੋੜਾ ਵੀ ਬੰਨ੍ਹ ਕੇ ਰੱਖੋ, ਐਮਰਜੈਂਸੀ 'ਚ ਕੰਮ ਆਉਂਦਾ ਹੈ ਨਾ, ਪੁਰਾਣੀ ਚੀਜ਼ ਰੱਖਣੀ ਚਾਹੀਦੀ ਹੈ ਕੋਲ। ਔਰ ਜਦੋਂ ਮੈਂ ਆਪਣੀ ਮਦਰ ਨੂੰ ਪੁੱਛਦਾ ਹੁੰਦਾ ਸੀਗਾ ਕਿ ਤੁਸੀਂ ਮੈਨੂੰ ਜੋ ਵੀ ਇੰਸਟਰਕਸ਼ਨਸ ਦੇ ਰਹੇ ਹੋ ਉਹਦਾ ਰੀਜ਼ਨ ਕੀ ਹੈ, ਉਹਨਾਂ ਦੇ ਕੋਲ ਕਦੀ ਕੋਈ ਰੀਜ਼ਨ ਨਹੀਂ ਸੀ ਹੁੰਦਾ। ਉਹ ਇਸ ਲਈ ਨਹੀਂ ਸੀ ਹੁੰਦਾ ਕਿਉਂਕਿ ਉਹਨਾਂ ਨੇ ਕਦੀ ਆਪਣੇ ਪੇਰੈਂਟਸ ਤੋਂ ਰੀਜ਼ਨ ਜਾਂ ਲੌਜਿਕ ਨਹੀਂ ਸੀ ਪੁੱਛਿਆ, ਕਿਉਂਕਿ ਹਮੇਸ਼ਾ ਅਸੀਂ ਤਾਂ ਭਾਰਤੀ ਬੱਚੇ ਨਾ, ਆਗਿਆਕਾਰੀ ਬੱਚੇ, ਬਿਲਕੁਲ ਜਿੱਦਾਂ ਕਿਹਾ ਜੀ ਮੰਨ ਲਓ, ਸਵਾਲ ਨਹੀਂ ਕਰਨਾ ਅੱਗੇ। ਠੀਕ ਹੈ, ਕੋਈ ਬੁਰਾਈ ਨਹੀਂ ਹੈ, ਪਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਐਂਡ ਆਈ ਐਮ ਸ਼ੋਰ ਬੱਚੇ ਮੇਰੇ ਨਾਲ ਸਹਿਮਤ ਹੋਣਗੇ ਕਿ ਹਜ਼ਮ ਨਹੀਂ ਹੁੰਦੀਆਂ, ਬਹੁਤ ਔਖਾ ਲੱਗਦਾ ਮੰਨਣ 'ਚ, ਪਰ ਮੰਨਣੀਆਂ ਪੈਂਦੀਆਂ, ਮਜਬੂਰੀ ਹੈ, ਪੇਰੈਂਟਸ ਨੇ ਕਿਹਾ ਹੈ, ਕਰਨਾ ਤਾਂ ਪਏਗਾ। ਜਦੋਂ ਮੈਂ ਵੱਡਾ ਹੋਇਆ ਉਦੋਂ ਮੈਨੂੰ ਸਮਝ ਆਇਆ ਕਿ ਜਿਹੜੀ ਹਿਊਮਨ ਵੇਸਟ ਹੈ, ਹਿਊਮਨ ਐਕਸਕ੍ਰੀਟ ਹੈ, ਜਦੋਂ ਅਸੀਂ ਟੋਇਲੇਟ 'ਚ ਬੈਠਦੇ ਹਾਂ ਅਤੇ ਉਹਦੇ ਤੋਂ ਜਿਹੜੀਆਂ ਗੈਸਿਸ ਨਿਕਲਦੀਆਂ, ਉਹਨਾਂ 'ਚ ਕੁਝ ਗੈਸਿਸ ਇਹੋ ਜਿਹੀਆਂ ਹੁੰਦੀਆਂ, ਔਰ ਖਾਸ ਕਰ ਜਿਹੜੀ ਉਹਦੇ ਅੰਦਰ ਐਮੋਨੀਆ ਦੀ ਕੰਸਨਟ੍ਰੇਸ਼ਨ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਜਿਹੜੀ ਕਿ ਕੈਲਸ਼ੀਅਮ ਨਾਲ ਰਿਐਕਟ ਕਰਦੀ ਹੈ। ਦੰਦ ਕਿਸ ਚੀਜ਼ ਦੇ ਬਣੇ ਹੁੰਦੇ ਨੇ? ਕੈਲਸ਼ੀਅਮ ਦੇ। ਸੋ ਜੇ ਤੁਸੀਂ ਮੂੰਹ ਤੋਂ ਸਾਹ ਲਓਗੇ ਅਤੇ ਉਹ ਐਮੋਨੀਆ ਕੈਲਸ਼ੀਅਮ ਨਾਲ ਰਿਐਕਟ ਕਰੇਗਾ, ਦੰਦ ਖਰਾਬ ਹੋ ਜਾਣਗੇ। ਸੋ ਇਹ ਕੋਈ ਰਿਲੀਜੀਅਸ ਗੱਲ ਨਹੀਂ ਸੀਗੀ। ਜੇ ਮੈਂ ਇਸ ਗੱਲ ਨੂੰ ਕਿਸੇ ਕੈਟੇਗਰੀ 'ਚ ਪਾਉਣਾ ਤਾਂ ਸ਼ਾਇਦ ਆਯੁਰਵੇਦ ਦੀ ਕੈਟੇਗਰੀ 'ਚ ਆ ਜਾਵੇ ਹੈ। ਇਹਦੇ ਪਿੱਛੇ ਕੋਈ ਸਾਇੰਸ ਸੀ, ਕੋਈ ਲੌਜਿਕ ਸੀ। ਹੋਰ ਵੀ ਕਈ ਇਹੋ ਜਿਹੇ ਵਾਕਿਆ ਗੁਜ਼ਰੇ ਔਰ ਫਿਰ ਮੈਂ ਸੋਚਣਾ ਸ਼ੁਰੂ ਕੀਤਾ ਕਿ ਵਾਕਈ ਹਰ ਚੀਜ਼ ਦੇ ਅੰਦਰ ਲੌਜਿਕ ਹੁੰਦਾ ਹੈ। ਸ਼ਾਇਦ
ਔਰ ਇਹ ਉਹ ਟਾਈਮ ਸੀਗਾ, ਭਾਵੇਂ ਮੈਂ ਸਕੂਲ 'ਚ ਜੇ ਸੀਗਾ ਨਾਮਧਾਰੀ ਸਕੂਲ 'ਚ ਪੜ੍ਹਦਾ ਹੁੰਦਾ ਸੀਗਾ, ਸਵੇਰੇ ਸੂਰਜ ਦੀ ਪਹਿਲੀ ਕਿਰਨ ਆਉਣ ਤੋਂ ਪਹਿਲਾਂ ਪਹਿਲਾਂ ਕੇਸੀ ਇਸ਼ਨਾਨ ਕਰਕੇ 5 ਬਾਣੀਆਂ ਦਾ ਪਾਠ ਕਰਦਾ ਸੀ, ਪੂਰਾ ਨੇਮ ਰੱਖਦਾ ਸੀ। ਮੇਰਾ ਇੱਕ ਵਾਰ ਨੂੰ ਮਨ ਉਖੜ ਗਿਆ, ਮੈਂ ਕਿਹਾ ਕੁਛ ਮਿਸਿੰਗ ਹੈ। ਮੈਂ ਕਰ ਤੇ ਰਿਹਾ, ਲੇਕਿਨ ਗੁਰਬਾਣੀ ਜਿਸ ਆਨੰਦ ਦੀ ਗੱਲ ਕਰ ਰਹੀ ਉਹ ਆਨੰਦ ਕਿਉਂ ਨਹੀਂ ਆ ਰਿਹਾ ਮੈਨੂੰ? ਮੈਂ ਕੁਛ ਅਲੱਗ ਟਰਾਈ ਕਰਕੇ ਦੇਖਦਾ। ਮੈਂ ਸਿਰਫ ਇੱਕ ਚੀਜ਼ ਉਸ ਵੇਲੇ ਕੀਤੀ, ਉਹ ਇਹ ਕਿ ਸਾਹਿਬ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਨੂੰ ਛੱਡ ਕੇ ਬਾਬਾ ਨਾਨਕ ਪਕੜ ਲਿਆ, ਔਰ ਇਹਦੇ 'ਚ ਹੀ ਮੈਨੂੰ ਫ਼ਰਕ ਸਮਝ ਆ ਗਿਆ। ਮੈਂ ਜਿੰਨੀ ਰਿਸਪੈਕਟ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਮੈਂ ਟਰਮੀਨੋਲੋਜੀ ਦੇ ਵਿੱਚ ਵੜ ਰਿਹਾ ਸੀਗਾ, ਮੈਂ ਇੱਕ ਫਾਰਮੈਲਿਟੀ ਦੇ ਵਿੱਚ ਜਾ ਰਿਹਾ ਸੀਗਾ। ਮੈਂ ਬਾਬਾ ਨਾਨਕ ਕਰਕੇ ਦੇਖਿਆ ਕਿ ਉਹਨਾਂ ਨੇ ਕੀਤਾ ਕੀ ਆਪਣੀ ਲਾਈਫ 'ਚ। 28,000 ਕਿਲੋਮੀਟਰ ਸਰ ਨੇ ਜ਼ਿਕਰ ਕੀਤਾ, ਕਿੰਨੇ ਮੁਲਕ, ਮੇਰੇ ਖਿਆਲ 18 ਜਾਂ 20 ਮੁਲਕ ਅੱਜ ਦੀ ਡੇਟ 'ਚੋਂ ਬਣਦੇ ਨੇ ਜਿਸ ਏਰੀਆ ਦੇ ਵਿੱਚ ਉਹਨਾਂ ਨੇ ਟਰੈਵਲ ਕੀਤਾ। ਕੀ ਕੋਈ ਸ਼ਖਸ ਪੈਦਲ ਇੰਨਾ ਚੱਲ ਸਕਦਾ ਹੈ? ਬਿਲਕੁਲ ਚੱਲ ਸਕਦਾ, ਉਹਨਾਂ ਨੇ ਚੱਲ ਕੇ ਵਿਖਾਇਆ। ਔਰ ਜੇ ਉਹ ਇੰਨਾ ਚੱਲੇ ਤਾਂ ਉਹਨਾਂ ਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਮੈਂ ਵੀ ਬਹੁਤ ਟਰੈਵਲ ਕੀਤਾ ਆਪਣੀ ਲਾਈਫ ਦੇ ਅੰਦਰ। ਅੱਜ ਮੈਂ ਇਹੀ ਕਰ ਰਿਹਾ, ਨੌਕਰੀ ਕਰਦੀ ਛੱਡ ਚੁੱਕਾ। ਵੈਸੇ ਮੈਂ ਸੌਫਟਵੇਅਰ ਇੰਜੀਨੀਅਰ ਹੈਗਾ ਬਾਏ ਦ ਵੇ, ਅਤੇ ਸੌਫਟਵੇਅਰ ਇੰਜੀਨੀਅਰਿੰਗ ਛੱਡ ਕੇ ਅੱਜ ਦੀ ਡੇਟ 'ਚ ਮੈਂ ਪੂਰਾ ਇੰਡੀਆ ਟਰੈਵਲ ਕਰਦਾ। ਮੈਂ ਕਈ ਯੂਨੀਵਰਸਿਟੀਜ਼ ਵਿੱਚ, ਕਈ ਕਾਲਜਿਸ ਵਿੱਚ ਪੜ੍ਹਾ ਰਿਹਾ। ਔਰ ਜਦੋਂ ਮੈਂ ਟਰੈਵਲ ਕਰਦਾ, ਮੈਂ ਉੱਥੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰਦਾ, ਔਰ ਜੋ ਮੇਰਾ ਐਕਸਪੀਰੀਅੰਸ ਉੱਥੋਂ ਹੁੰਦਾ, ਉਹ ਤੋਂ ਮੈਨੂੰ ਇਹ ਸਮਝ ਆਉਣਾ ਸ਼ੁਰੂ ਹੋਇਆ ਕਿ ਐਕਚੁਅਲ ਦੇ ਵਿੱਚ ਇਟਸ ਆਲ ਅਬਾਊਟ ਐਕਸਪੀਰੀਅੰਸ। ਔਰ ਜਦੋਂ ਕੋਈ ਸ਼ਖਸੀਅਤ ਨਾਨਕ ਵਰਗੀ ਵੱਡੀ ਹੋਵੇ, ਔਰ ਉਹਨਾਂ ਦੇ ਕਨਸੈਪਟ ਪਹਿਲਾਂ ਤੋਂ ਸਾਰੇ ਕਲੀਅਰ ਹੈਗੇ ਨੇ, ਸਾਡੇ ਵਾਂਗੂ ਉਹਨਾਂ ਨੂੰ ਨਵੇਂ ਸਿਰੇ ਤੋਂ ਚੀਜ਼ਾਂ ਸਿੱਖਣ ਦੀ ਲੋੜ ਨਹੀਂ ਹੈ, ਉਹ ਤਾਂ ਉਲਟਾ ਸਿਖਾਉਣ ਜਾ ਰਹੇ ਨੇ। ਸਾਨੂੰ ਵੀ ਰਾਹ ਚੱਲਦਿਆਂ ਤੁਰਦਿਆਂ ਪਤਾ ਨਹੀਂ ਕਿੰਨੇ ਨਾਨਕ ਫਕੀਰ ਮਿਲਦੇ ਹੋਣਗੇ, ਪਰ ਅਸੀਂ ਧਿਆਨ ਨਹੀਂ ਦੇਈਦਾ। ਔਰ ਸਾਡੇ ਸਾਰਿਆਂ ਦੇ ਅੰਦਰ ਵੀ ਇੱਕ ਨਾਨਕ ਫਕੀਰ ਬੈਠਾ ਹੋਇਆ ਹੈ, ਅਸੀਂ ਉਹਦੇ ਵੱਲ ਵੀ ਧਿਆਨ ਨਹੀਂ ਦੇਈਦਾ। ਅਸੀਂ ਪੜ੍ਹਨ ਦੇ ਸ਼ੌਕੀਨ ਹਾਂ, ਅਸੀਂ ਅਮਲ ਕਰਨ ਦੇ ਸ਼ੌਕੀਨ ਨਹੀਂ ਬਣ ਪਾਏ। ਇਹ ਮੈਨੂੰ ਉਦੋਂ ਸਮਝ ਆਇਆ ਜਿੱਦਣ ਮੈਂ ਅਮਲ ਕਰਨ ਦੀ ਕੋਸ਼ਿਸ਼ ਕੀਤੀ, ਪਤਾ ਨਹੀਂ ਕਰ ਪਾਇਆ ਕਿ ਨਹੀਂ, ਅਤੇ ਉਹੀ ਜਾਣਦਾ। ਔਰ ਜਦੋਂ ਮੈਂ ਉਹਦੀ ਗਹਿਰਾਈ 'ਚ ਗਿਆ ਤਾਂ ਮੈਨੂੰ ਇਹ ਸਮਝ ਆਇਆ ਕਿ ਜਦ ਤੱਕ ਮੈਂ ਪਾਠ ਕਰਦਾ ਸੀਗਾ ਤਾਂ ਮੇਰੇ ਅੰਦਰ ਇੱਕ ਅਹੰਕਾਰ ਬਣਿਆ ਹੋਇਆ ਸੀ ਕਿ ਦੇਖੋ ਮੈਂ ਇੰਨੇ ਵਜੇ ਉੱਠ ਕੇ ਪਾਠ ਕਰਦਾ, ਮੇਰੇ ਘਰ 'ਚ ਹੋਰ ਵੀ ਕੋਈ ਨਹੀਂ ਕਰ ਪਾਉਂਦਾ, ਮੇਰੇ ਪਿਤਾ ਜੀ ਨਹੀਂ ਕਰ ਪਾਉਂਦੇ, ਮੇਰੀ ਭੈਣ ਨਹੀਂ ਕਰਦੀ, ਮੈਂ ਕਰਦਾ। ਉਹ ਇੱਕ ਅਹੰਕਾਰ ਸੀਗਾ। ਜਿੱਦਣ ਮੈਂ ਛੱਡਿਆ, ਆਪਣਾ ਹੀ ਅਹੰਕਾਰ ਤੋੜਿਆ, ਉਦਣ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਲਾਈਨ ਮੈਨੂੰ ਸਮਝ ਵਿੱਚ ਆਈ, ਕਹਾ ਭਇਓ ਜੋ ਦो लोचन मूंद के बैठ रहे हो बक ध्यान लगायो और नात फिरियो लिए सात समंदरन लोग गयो पर लोग गवायो सास किए बखियान सो बैठ के ऐसे ही ऐसे सो बैस बितायो साच कहूँ सुन लियो सब है जिन प्रेम कियो तिन ही प्रभ पायो। वो प्यार करना किद्दां? साखियाँ बहुत प्यारियां लगदियां मैनू भी, मैनू अज बड़ा आनंद आ रहा से इत्थे बैठ के। पर मैं यही सोच रहा सी कि जो मैं छोटा हुंदा सीगा, साखियाँ सुन के अपनी दादी जी तो, अपने माता पिता तो मैं इन्ना खुश हुंदा सीगा, फिर भी मेरे मन च अहंकार क्यों बनया रहा, फिर भी वो प्यार क्यों नहीं पै पाया? क्योंकि मैं नानक गुरु गोबिंद सिंह जी नूं गुरु दे तरीके नाल ते देख रहा सीगा। और वो इसलिए इस एक होर बड़ी मज़ेदार किस्सा होया है, गल तो भी समझ आ जाएगी। गली दे विच कुछ बच्चों दे नाल एक दिन बहस हो गई, वड्डे सीगे मेरे तो कोई कहे कि नहीं फलाना धर्म वधिया, आपो अपने धर्म दी गल्लां कर रहे, सारे इकट्ठे ही रहिंदे सी महल्ले च। कोई कहे नहीं जी साडा वधिया, कोई कहे नहीं जी साडा वधिया, साडे ते इह होया, साडे ते इह होया। और जदों मैं उन्होंने यह पूछया कि तुसी कह रहे हो तुहाडा धर्म वधिया या तुसी कह रहे हो तुहाडा धर्म वधिया, क्यों? क्योंकि पापा ने क्या है, तुहानू तो तुहाडे मम्मी पापा ने दस्सिया है ना, उन्होंने किहने दस्सिया? उन्होंने मम्मी पापा ने। बस तुहाडी अपनी तो कोई रिसर्च नहीं है, तुसी आप तो कोई स्टडी नहीं कीता, ते तुहानू यह कहने का हक नहीं कि वधिया की खराब है, तुसी आप पढ़ के आ जाओ, फिर जो मर्जी कहते रहियो। लेकिन वो गल मैं उत्थे कह नहीं सी सकदा क्योंकि मैं पहला आप भी नहीं सी पढ़िया होया, सो मैं पढ़न लगा पहला। और पढ़न लई मैं तरीका यह चुनिया कि मैं गुरु नानक नूं अलग अलग तरीक़िਆਂ ਨਾਲ पढ़ांगा, गुरु नानक नूं अलग अलग, गुरु गोबिंद सिंह जी नूं अलग अलग तरीक़िਆਂ ਨਾਲ पढ़ांगा, गुरु नानक नूं एज ए ट्रैवलर स्टडी करांगा, एज ए फिलोसफर स्टडी करांगा अलग तो, एज ए पोएट स्टडी करांगा अलग तो, एज ए गुरु स्टडी करांगा अलग तो, एज ए रिफॉर्मर स्टडी करांगा अलग तो। गुरु गोबिंद सिंह जी नूं भी उस तरीके नाल सिबिया साहब ने मैंने हुक्म किया है कि गुरु गोबिंद सिंह जी ने एक बहुत ही वधिया, उन्होंने 10 अवतार जिहड़े 24 अवतार असी विष्णु पुराण के अंदर जो 10 अवतार का जिक्र है, उन्होंने होर एक्सपेंशन गुरु गोबिंद सिंह जी ने 24 अवतार लिखा, जिसके अंदर जो कृष्ण अवतार है वो अंदर एक पेज ऑलमोस्ट सिर्फ भगवान कृष्ण की बांसुरी नूं डेडिकेटेड है। गुरु गोबिंद सिंह जी महाराज फरमाउंदे ने, जे मैं हुण इस तरह तुहानूं पुछण की कोशिश करा कि रागां की असी गल करते हैं, गुरु नानक देव जी ने रागां के उत्ते इन्ना एम्फेसाइज किया,
ਟਾਈਮ ਹੈਗਾ ਸਾਡੇ ਕੋਲ ਕਿ ਸਵੇਰੇ ਇਹ ਰਾਗ ਗਾਣਾ ਚਾਹੀਦਾ, ਦੁਪਹਿਰੇ ਇਹ, ਸ਼ਾਮੀ ਇਹ, ਇੱਕ ਪਰਟੀਕੂਲਰ ਆਰਡਰ ਹੈ। ਰਾਗ ਕਿਹੜੇ ਹੁੰਦੇ ਨੇ, ਕਿਸ ਤਰ੍ਹਾਂ ਦੇ ਹੁੰਦੇ ਨੇ, ਬਹੁਤ ਹੀ ਘੱਟ ਲੋਕ ਨੇ ਜਿਹੜੇ ਪੂਰੀ ਲਿਸਟ ਪ੍ਰੋਪਰਲੀ ਦੇ ਪਾਉਣਗੇ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਭਗਵਾਨ ਕ੍ਰਿਸ਼ਨ ਦੀ ਬਾਂਸੁਰੀ ਦੀ ਗੱਲ ਕੀਤੀ, ਉਹਨਾਂ ਨੇ ਜਿਹੜੇ ਰਾਗਾਂ ਦੀ ਉਹਦੇ ਅੰਦਰ ਗੱਲ ਕੀਤੀ, ਬਸੰਤ ਹੈ, ਭੈਰਵ ਹੈ, ਹਿੰਡੋਲ ਹੈ। ਮੈਂ ਵੀ ਜੇ ਕੋਸ਼ਿਸ਼ ਕਰਾਂ ਮੈਂ ਪੂਰੇ ਲਿਸਟ ਇੱਦਾਂ ਨਹੀਂ ਦੇ ਸਕਦਾ, ਪਰ ਉਹਦੇ 'ਚ ਇੱਕ ਬੜੇ ਵਧੀਆ ਤਰੀਕੇ ਨਾਲ ਮਿਲੀ ਕਿ ਬਾਜਤ ਬਸੰਤ ਅਰ ਭੈਰਵ ਹਿੰਡੋਲ ਰਾਗ, ਬਾਜਤ ਹੈ ਲलिता के साथ है तनासरी, मालवा कल्याण अर माल कौस मारू राग, बन में बजावे कान मंगल निवासरी, सुरी अर असुरी औपन गिजे होती तह तुन के सुनत पैना रही सुध जासरी, कहे एहो दासरी सो ऐसी बजी बासुरी कि मेरे या नैया में सब राग को निवासरी। एंड इट गोज ऑन कि ਉਹ ਗਾਹਾਂ ਵੀ ਦੱਸਦੇ ਨੇ ਕਿ ਦੇਵਨ ਕੀ ਕੰਨਿਆ ਸੁਨ ਧਰਾਏ ਧਰਾਏ ਆਵੇ, ਕਿ ਉਸ ਵੇਲੇ ਦਾ ਮਾਹੌਲ ਕੀ ਹੁੰਦਾ ਸੀਗਾ, ਪੇੜ ਕਿਵੇਂ ਮਗਨ ਹੋ ਜਾਂਦੇ ਸੀਗੇ, ਨਦੀ ਕਿਵੇਂ ਤੁਰਦੀ ਸੀ ਅੱਗੇ, ਪਕਸ਼ੀ ਕਿਵੇਂ ਆ ਕੇ ਉੱਥੇ ਬੈਠਦੇ ਸੀਗੇ। ਉਹਨਾਂ ਨੇ ਇੱਕ ਪੂਰਾ ਨਜ਼ਾਰਾ ਬੰਨਿਆ, ਔਰ ਜਦੋਂ ਮੈਂ ਪੜ੍ਹਿਆ 2-4 ਵਾਰੀ ਪੜ੍ਹਿਆ ਮੈਨੂੰ ਯਾਦ ਹੋ ਗਿਆ। ਔਰ ਅੱਜ ਵੀ ਜੇ ਮੈਂ ਇਹ ਇਸ ਤਰੀਕੇ ਨਾਲ ਕਾਵ ਰੂਪ ਵਿੱਚ ਕਹੇ ਬਿਨਾਂ ਦੱਸਣ ਦੀ ਕੋਸ਼ਿਸ਼ ਕਰਾਂਗਾ ਤਾਂ ਮੇਰੇ ਕੋਲ ਸਾਰੇ ਰਾਗਾਂ ਦੇ ਨਾਮ ਨਹੀਂ ਲਏ ਜਾਣੇ। ਇੱਥੋਂ ਮੈਨੂੰ ਕਨਸੈਪਟ ਸਮਝ ਆਇਆ ਲਿਬਰਲ ਆਰਟਸ ਦਾ, ਕਿ ਜੋ ਅਸੀਂ ਅੱਜ ਦੇ ਤਰੀਕੇ ਨਾਲ, ਜਿਸ ਤਰੀਕੇ ਨਾਲ ਅੱਜ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ ਨਾ, ਗੁਰੂ ਗੋਬਿੰਦ ਸਿੰਘ ਜੀ ਇੰਨੇ ਮਹਾਨ ਸ਼ਾਇਰ ਹੋਏ ਨੇ, ਲੜਾਈ ਦੇ ਮੈਦਾਨ ਦੇ ਵਿੱਚ ਤਲਵਾਰਾਂ ਚੱਲ ਰਹੀਆਂ, ਤੀਰ ਚੱਲ ਰਹੇ ਨੇ, ਇਹਨਾਂ ਨੂੰ ਸ਼ਾਇਰੀ ਸੁੱਝ ਰਹੀ ਹੈ। ਔਰ ਇਹਨਾਂ ਨੇ ਉਸ ਵੇਲੇ ਜੋ ਆਵਾਜ਼ਾਂ ਆ ਰਹੀਆਂ ਨੇ ਉਹਨੂੰ ਵੀ ਸ਼ਾਇਰੀ ਦੇ ਵਿੱਚ ਇੰਨੇ ਵਧੀਆ ਤਰੀਕੇ ਨਾਲ ਪਿਰੋਇਆ ਹੈ। ਆਪ ਜੀ ਫਰਮਾਉਂਦੇ ਨੇ, ਕਾਗੜਦੰਗ ਕਾਟੀ ਕਟਾਰੀ ਕੜਾਕੰਗ, ਤਾਗੜਦੰਗ ਤੀਰੰਗ ਤੁਪਕੰਗ ਤੜਾਕੰਗ, ਜਾਗੜਦੰਗ ਨਾਗੜਦੰਗ ਬਾਗੜਦੰਗ ਬਾਜ, ਗਾਗੜਦੰਗ ਗਾਜ, ਮਹਾ ਗਾਜੇ ਗਾਜ। ਸਮਝ ਆਇਆ? नहीं आया ना, क्योंकि मैं बहुत तेज़ बोल गया। ਜਦੋਂ ਵੀ ਲਾਈਫ ਵਿੱਚ ਕੋਈ ਚੀਜ਼ ਸਮਝ ਵਿੱਚ ਨਾ ਆਏ, ਸਮਝ ਲੈਣਾ ਬਹੁਤ ਤੇਜ਼ ਭੱਜ ਰਹੇ ਹੋ, ਥੋੜ੍ਹਾ ਜਿਹਾ ਹੌਲੀ ਹੋ ਜਾਓ, ਲਾਈਫ ਸਮਝ ਵਿੱਚ ਆ ਜਾਏਗੀ। ਤੇ ਪੋਇਟਰੀ ਤੇ ਕੀ ਚੀਜ਼ ਹੈ। ਕਟਾਰ ਤੇ ਪਤਾ ਕੀ ਹੁੰਦੀ ਹੈ? ਤਲਵਾਰ ਜਾਂ ਨਾਈਫ ਕੜਾਕ ਕਰਕੇ ਚੱਲਦੀ ਹੈ, ਤੀਰ ਤੁਪਕ ਕਰਕੇ ਚੱਲਦਾ, ਤੜਾਕ ਕਰਕੇ ਲੱਗਦਾ। ਇਹੀ ਗੁਰੂ ਸਾਹਿਬ ਫਰਮਾ ਰਹੇ ਨੇ, ਕਾਗੜਦੰਗ ਕਾਟੀ ਕਟਾਰੀ ਕੜਾਕੰਗ, ਤਾਗੜਦੰਗ ਤੀਰੰਗ ਤੁਪਕੰਗ ਤੜਾਕੰਗ। ਇਸ ਤਰ੍ਹਾਂ ਹੀ ਚੱਲਦਾ ਜਾਏਗਾ ਪੂਰਾ ਸ਼ਬਦ, ਸਿਰਫ ਆਵਾਜ਼ਾਂ ਨੇ। ਆਰਟ ਕਿਤੇ ਵੀ ਐਕਸਪ੍ਰੈਸ ਕੀਤਾ ਜਾ ਸਕਦਾ ਹੈ, ਔਰ ਟੈਲੈਂਟ ਤੁਹਾਡੇ ਅੰਦਰ ਆਲਰੇਡੀ ਹੈਗਾ ਹੈ। ਤੁਸੀਂ ਫੋਟੋ ਲਾ ਕੇ, ਅਗਰਬੱਤੀ ਜਲਾ ਕੇ, ਜੋਤ ਜਗਾ ਕੇ ਮੱਥਾ ਟੇਕ ਸਕਦੇ ਹੋ, ਲੇਕਿਨ ਯਕੀਨ ਮੰਨੋ ਤੁਸੀਂ ਆਪਣੇ ਅੰਦਰ ਉਸ ਸ਼ਖਸੀਅਤ ਨੂੰ ਵੀ ਬਿਠਾ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਇਹੀ ਸੋਚੋ ਕਿ ਨਹੀਂ ਜੀ ਉਹ ਤਾਂ ਬੜੇ ਵੱਡੇ ਮਹਾਂਪੁਰਸ਼ ਹੋਏ ਨੇ, ਭਾਵੇਂ ਕੋਈ ਵੀ ਹੋਣ, ਕੋਈ ਗੁਰੂ ਪੀਰ ਪੈਗੰਬਰ ਹੋਣ, ਕੋਈ ਸੰਤ ਮਹਾਂਪੁਰਸ਼ ਹੋਣ, ਕਿ ਨਹੀਂ ਜੀ ਉਹ ਹੋਏ ਨੇ, ਉਹ ਤੇ ਕਰ ਗਏ, ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ। ਹਾਂ ਬਿਲਕੁਲ ਅਸੀਂ ਉਹਨਾਂ ਦੇ ਪੈਰਾਂ ਦੀ ਧੂੜ ਹੈਗੇ ਹਾਂ, ਪਰ ਕਿਤੇ ਨਾ ਕਿਤੇ ਸਾਡੇ ਅੰਦਰ ਵੀ ਨਾਨਕ ਗੋਬਿੰਦ ਵਸਦੇ ਨੇ, ਉਹ ਫਰੀਦ ਉਹ ਕਬੀਰ ਵਸਦੇ ਨੇ। ਲੱਭਣ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਲਾਈਫ ਦੇ ਅੰਦਰ ਜਿੰਨੀਆਂ ਗੱਲਾਂ ਕਹੀਆਂ ਨੇ, ਉਹਦੇ 'ਚੋਂ ਇੱਕ ਗੱਲ ਹੈ ਜਿਹੜੀ ਮੈਨੂੰ ਇੰਨੀ ਜ਼ਿਆਦਾ ਪਸੰਦ ਹੈ, ਇੰਨੀ ਜ਼ਿਆਦਾ ਪਸੰਦ ਹੈ। ਆਪ ਜੀ ਫਰਮਾਉਂਦੇ ਨੇ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਐਜੂਕੇਸ਼ਨ ਇੰਸਟੀਟਿਊਟ 'ਚ ਖੜੇ ਆ, ਬੈਠੇ ਆ, ਇਸ ਬਾਰੇ ਗੱਲ ਕਰਨਾ ਠੀਕ ਰਹੇਗਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਵਿਦਿਆ ਦਾ ਦਾਨ ਦਿਓ, ਉਹਨਾਂ ਨੇ ਕਿਹਾ ਵਿਦਿਆ ਵਿਚਾਰੋ, ਆਪਸ ਵਿੱਚ ਡਿਸਕਸ ਕਰੋ, ਸ਼ੇਅਰ ਕਰੋ। ਗਿਆਨ ਦੇਣ ਨਾਲ ਨਹੀਂ ਵਧੇਗਾ, ਗਿਆਨ ਦਾ ਆਦਾਨ ਪ੍ਰਦਾਨ ਕਰਨਾ ਪਏਗਾ। ਕੁਛ ਮੈਂ ਦਿੰਦਾ, ਕੁਛ ਤੁਸੀਂ ਦਿਓ। ਕਿਸੇ ਦਾ ਵੀ ਹੰਕਾਰ ਨਹੀਂ ਬਣ ਪਾਏਗਾ। ਕੋਈ ਆਪਣੇ ਆਪ ਨੂੰ ਇਹ ਨਾ ਸੋਚੇ ਕਿ ਮੈਂ ਅੱਜ ਸਾਰਾ ਕੁਛ ਲੈ ਕੇ ਆ ਰਿਹਾ। ਮੈਂ ਕਲਾਸ ਵਿੱਚ ਵੀ ਜਦੋਂ ਪੜ੍ਹਾਉਣ ਜਾਂਦਾ ਨਾ, ਮੈਂ ਇਹ ਨਹੀਂ ਸੋਚਦਾ ਕਿ ਅੱਜ ਮੈਂ ਬੱਚਿਆਂ ਨੂੰ ਪੜ੍ਹਾ ਕੇ ਆਵਾਂਗਾ। ਇਹੋ ਜਿਹੀਆਂ ਮੇਰੀਆਂ ਕਈ ਕਲਾਸਾਂ ਹੋਈਆਂ। ਇੱਕ ਤਾਂ ਮੈਂ ਕਮਰੇ ਦੇ ਅੰਦਰ ਬੈਠ ਕੇ ਪੜ੍ਹਾਉਣਾ ਪਸੰਦ ਨਹੀਂ ਕਰਦਾ, ਮੈਂ ਉਹਨਾਂ ਨੂੰ ਬਾਹਰ ਲੈ ਜਾਂਦਾ। ਕਦੀ ਅਸੀਂ ਕਿਸੇ ਮੋਨੂਮੈਂਟ 'ਤੇ ਬੈਠ ਜਾਈਦਾ, ਕਦੀ ਲੌਂਚ ਬਹਿ ਜਾਈਦਾ, ਕਦੀ ਗਾਰਡਨ 'ਚ, ਉੱਥੇ ਬੈਠ ਕੇ ਗੱਲਬਾਤ ਕਰੀਦੀ, ਸਰਕਲ 'ਚ ਬਹਿ ਜਾਈਦਾ, ਟੌਪਿਕ ਚੱਕੀ ਦਾ, ਡਿਸਕਸ਼ਨ ਸ਼ੁਰੂ ਕਰ ਦਈਦੀ। ਬੱਚਿਆਂ ਨੂੰ ਕਹਿਣਾ, ਤੁਸੀਂ ਦੱਸੋ ਤੁਹਾਨੂੰ ਇਸ ਟੌਪਿਕ ਬਾਰੇ ਕੀ ਪਤਾ ਹੈ, ਅਗਲੀ ਵਾਰੀ ਇਹ ਟੌਪਿਕ ਹੈ ਤੁਸੀਂ ਪੜ੍ਹ ਕੇ ਆਏ, ਤੁਸੀਂ ਮੈਨੂੰ ਸਿਖਾਓ, ਮੈਨੂੰ ਨਹੀਂ ਆਉਂਦਾ। ਕਿਉਂਕਿ ਅਸੀਂ ਆਪਣੇ ਸਕੂਲ ਕਾਲਜ ਦੇ ਵਿੱਚ ਨਾ, ਕਾਲਜਿਸ ਵਿੱਚ ਬੱਚਿਆਂ ਨੂੰ ਫੇਲ ਹੋਣਾ ਨਹੀਂ ਸਿਖਾਉਂਦੇ। ਸਾਨੂੰ ਲੱਗਦਾ ਹੈ ਕਿ ਪਾਸ ਹੋਣਾ ਹੀ ਸਭ ਕੁਛ ਹੈ। ਮੈਂ 8ਵੀਂ ਕਲਾਸ ਰਿਪੀਟ ਕੀਤੀ ਸੀਗੀ, ਸਕੂਲ ਜਾਣ ਦਾ ਦਿਲ ਨਹੀਂ ਕੀਤਾ। ਪਾਪਾ ਨੂੰ ਕਿਹਾ ਮੈਂ ਨਹੀਂ ਜਾਣਾ, ਕਹਿੰਦੇ ਠੀਕ ਹੈ। ਕੁਛ ਟਾਈਮ ਲਈ ਮੈਂ ਬਿਮਾਰ ਵੀ ਪਿਆ ਸੀਗਾ। ਉਸ ਤੋਂ ਬਾਅਦ ਮੈਂ ਕਿਹਾ ਜੀ ਅੱਧਾ ਸਾਲ ਨਿਕਲ ਗਿਆ, ਹੁਣ ਅੱਧੇ ਸਾਲ ਮੈਨੂੰ ਡਬਲ ਮਿਹਨਤ ਕਰਨੀ ਪੈਣੀ ਹੈ, ਬਹੁਤ ਆਲਸੀ ਬੱਚਾ, ਮੈਨੂੰ ਬੈਠੇ ਰਹਿਣ ਦਿਓ ਘਰ। ਕਹਿੰਦੇ ਬੈਠੇ ਰਹੋ, ਕੋਈ ਗੱਲ ਨਹੀਂ। ਮੈਂ ਸਾਕਸ਼ਾਤ ਨਾਨਕ ਵਰਗੇ ਇਨਸਾਨ ਨੂੰ ਵੇਖਿਆ। ਮੈਂ ਉਹਨਾਂ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ, ਐਜੂਕੇਸ਼ਨ ਨਾਲ ਰਿਲੇਟਡ ਹੀ ਹੈ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਮੈਨੂੰ ਕਿਸ ਤਰੀਕੇ ਨਾਲ ਬਦਲਿਆ। ਇੱਕ ਪ੍ਰੋਫੈਸਰ ਹੋਏ ਨੇ ਦਿੱਲੀ ਯੂਨੀਵਰਸਿਟੀ ਦੇ, HOD ਹੋਏ ਨੇ, ਡਾਕਟਰ BM ਧਵਨ। ਉਹਨਾਂ ਨੂੰ ਸਾਰੇ ਡੈਡੀ ਜੀ ਕਰਕੇ ਬੁਲਾਉਂਦੇ ਸੀਗੇ। ਅਤੇ ਬੜੂ ਸਾਹਿਬ ਵਾਲਿਆਂ ਦੀ ਜਿਹੜੀ ਅਕਾਲ ਅਕੈਡਮੀ ਹੈ ਦਿੱਲੀ ਦੇ ਵਿੱਚ ਵੀ ਉਹਨਾਂ ਦਾ ਇੱਕ ਸੈਂਟਰ ਹੈ, ਉੱਥੇ
ਉਹ ਪੜ੍ਹਾਉਣ ਆਉਂਦੇ ਸੀਗੇ। ਟਿਊਸ਼ਨ ਸੈਂਟਰ ਸੀਗਾ ਉਹ, ਛੋਟਾ ਜਿਹਾ ਰਜੌਰੀ ਗਾਰਡਨ 'ਚ ਹੈਗਾ ਇੱਕ, 2 ਹੀ ਕਮਰੇ ਨੇ ਬਸ, ਬੇਸਿਕ ਟਿਊਸ਼ਨ ਸੈਂਟਰ। ਮੈਂ 11th ਵਿੱਚ ਕਲਾਸ ਦਾ ਮਹਾ ਨਾਲਾਇਕ ਬੱਚਾ ਸੀਗਾ। ਫਿਜ਼ਿਕਸ ਦੇ ਦਿੱਤੀ ਸੀ ਸਕੂਲ ਵਾਲਿਆਂ ਨੇ ਕਿ ਚੱਲ ਤੂੰ ਅੱਛਾ ਬੱਚਾ ਤੂੰ ਕਰ ਲੇਗਾ, ਲੇਕਿਨ ਫਿਜ਼ਿਕਸ ਕੈਮਿਸਟਰੀ ਵਿੱਚ ਇੰਨੀ ਥੱਲੇ ਪਹੁੰਚ ਗਿਆ ਕਿ ਨੀਚੇ ਉਹਦੀ ਟੌਪ ਕਰਨ ਲੱਗ ਗਿਆ। 2-3 ਵਾਰੀ ਟੈਸਟ ਵਿੱਚ ਸਭ ਨੂੰ ਸਮਝ ਆ ਗਈ ਕਿ ਇਹ ਕੁਛ ਨਹੀਂ ਕਰ ਸਕਦਾ। ਸੋ ਪਾਪਾ ਨੇ ਟਿਊਸ਼ਨ ਭੇਜ ਦੇਣਾ ਸ਼ੁਰੂ ਕਰ ਦਿੱਤਾ ਕਿ ਜਾਓ ਉੱਥੇ ਜਾ ਕੇ ਪੜ੍ਹ ਲਓ, ਸੁਣਿਆ ਬਹੁਤ ਅੱਛੀ ਜਗ੍ਹਾ ਹੈਗੀ ਹੈ, ਕਿਸੇ ਨੇ ਦੱਸਿਆ, ਜਾਓ ਉੱਥੇ ਪੜ੍ਹ ਲਓ। ਮੈਂ ਪਹੁੰਚ ਗਿਆ ਜੀ ਡੈਡੀ ਜੀ ਕੋਲ ਪੜ੍ਹਨ, ਔਰ ਮੈਂ ਆਰਾਮ ਨਾਲ ਲੇਟ ਪਹੁੰਚਿਆ ਕਿ ਸਭ ਤੋਂ ਐਂਡ ਵਿੱਚ ਜਾਵਾਂਗੇ, ਪਿੱਛੇ ਜਾ ਕੇ ਲਾਸਟ ਸੀਟ 'ਤੇ ਬੈਠ ਜਾਵਾਂਗੇ। 2 ਘੰਟੇ ਦੀ ਕਲਾਸ ਹੈ ਕਿ 1.5 ਘੰਟੇ ਦੀ, ਥੋੜ੍ਹਾ ਸੁਸਤਾ ਲਾਂਗੇ, ਆ ਜਾਵਾਂਗੇ, ਘਰ ਦੇਖੀ ਜਾਏਗੀ। ਪਹਿਲੇ ਦਿਨ ਜਿੱਦਾਂ ਮੈਂ ਪਹੁੰਚਿਆ, ਕਲਾਸ 'ਚ ਐਂਟਰ ਕੀਤਾ, ਪਤਾ ਚੱਲਿਆ ਜੀ ਇੱਥੇ ਤਾਂ ਸਾਰੇ ਹੀ ਮੇਰੇ ਵਰਗੇ ਨਲਾਇਕ ਨੇ। ਪਿੱਛੋਂ ਬੈਠਣਾ ਸ਼ੁਰੂ ਹੋਏ, ਮੇਰੇ ਲਈ ਸਭ ਤੋਂ ਅੱਗੇ ਵਾਲੀ ਸੀਟ ਛੱਡੀ ਸੀ। ਮੈਂ ਪਰੇਸ਼ਾਨ ਹੁਣ ਕੀ ਕਰਾਂ, ਚਲੋ ਬੈਠਣਾ ਪਿਆ। ਸਭ ਤੋਂ ਮੋਰੇ ਕਾਰਨਰ ਵਾਲੀ ਸੀਟ, ਮੇਰੇ ਬਿਲਕੁਲ ਸਾਹਮਣੇ ਦਰਵਾਜ਼ਾ, ਔਰ ਦਰਵਾਜ਼ੇ ਦੇ ਅੱਗੇ ਕੋਰੀਡੋਰ, ਔਰ ਦੂਜੇ ਪਾਸੇ ਜਿਹੜਾ ਕਮਰਾ ਉਹ ਸਟਾਫ ਰੂਮ। ਬੈਠੇ ਜਿੱਦਾਂ ਹੀ ਟਾਈਮ ਹੋਇਆ, ਦਰਵਾਜ਼ਾ ਖੁੱਲ੍ਹਿਆ, ਸਾਹਮਣੇ ਉਹਦੀ ਡੈਡੀ ਜੀ ਨਿਕਲੇ ਔਰ ਉਹ ਆਉਣਾ ਸ਼ੁਰੂ ਹੋਏ ਕਲਾਸ ਵੱਲ ਹੌਲੀ ਹੌਲੀ। ਦੀਵਾਰ ਪਕੜ ਕੇ ਆ ਰਹੇ ਸੀਗੇ, ਔਰ ਮੈਂ ਪੂਰਾ ਟਾਈਮ ਇਹੀ ਸੋਚ ਰਿਹਾ, ਮੈਂ ਕਿ ਅੱਜ ਨੀਂਦ ਪੱਕੀ, ਔਰ ਮੈਂ ਪਹਿਲੀ ਰੋਜ਼ ਬਹਿ ਕੇ ਸੋਵਾਂਗਾ ਕਿਵੇਂ, ਬਹੁਤ ਔਖਾ ਹੋ ਜਾਏਗਾ। ਬਹਰਹਾਲ ਉਹ ਪਹੁੰਚੇ ਕਲਾਸ ਦੇ ਗੇਟ 'ਤੇ, ਡੋਰ 'ਤੇ ਉਹਨਾਂ ਨੇ ਆਪਣੀ ਜੁੱਤੀਆਂ ਲਾਈਆਂ, ਅੰਦਰ ਆਏ, ਹੱਥ ਜੋੜੇ, ਉਹਨਾਂ ਨੇ ਸਾਨੂੰ ਸਾਰਿਆਂ ਨੂੰ ਨਮਸਕਾਰ ਕੀਤੀ। ਅਸੀਂ ਖੜੇ ਹੋ ਕੇ, ਉਹ ਜਿਹੜੇ ਬੱਚੇ ਆਪਣਾ ਨੈਸ਼ਨਲ ਐਂਥਮ ਕਰਦੇ ਆ ਨਾ, ਗੁੱਡ ਈਵਨਿੰਗ, ਅਸੀਂ ਜੇ ਕਰ ਹੀ ਰਹੇ, ਸਾਡਾ ਵਿੱਚ ਹੀ ਰਹਿ ਗਿਆ। ਇਹ ਸਾਨੂੰ ਕਿਉਂ ਮੱਥਾ ਟੇਕ ਰਹੇ ਹੋ ਤੁਸੀਂ, ਇਹ ਕੰਮ ਅਸੀਂ ਕਰਨਾ ਹੁੰਦਾ ਹੈ ਕਿਉਂਕਿ ਮੰਮੀ ਪਾਪਾ ਨੇ ਕਿਹਾ ਹੈ ਨਾ, ਪਰ ਨਹੀਂ, ਉਹਨਾਂ ਨੇ ਸਾਨੂੰ ਮੱਥਾ ਟੇਕਿਆ। ਇੱਕ ਸੰਸਕ੍ਰਿਤ ਦਾ ਸ਼ਲੋਕ ਪੜ੍ਹਿਆ, ਉਹ ਤਾਂ ਉਸ ਵੇਲੇ ਨਹੀਂ ਚੇਤੇ ਹੋਇਆ, ਪਰ ਜੋ ਉਹਨਾਂ ਨੇ ਉਸ ਦਿਨ ਪੜ੍ਹਾਇਆ ਬਹੁਤ ਵਧੀਆ ਲੱਗਾ। ਕਲਾਸ ਖਤਮ ਹੋਈ, ਸਾਰੇ ਬੱਚੇ ਨਿਕਲੇ, ਉਹ ਵੀ ਜਾ ਕੇ ਆਪਣਾ ਸਟਾਫ ਰੂਮ 'ਚ ਬੈਠ ਗਏ, ਮੈਂ ਵੀ ਨਿਕਲਿਆ। ਪੌੜੀਆਂ ਉਤਰਨ ਲੱਗਾ ਤੇ ਸਟਾਫ ਰੂਮ 'ਚ ਉਹਨਾਂ ਨੇ ਆਵਾਜ਼ ਮਾਰ ਲਈ, ਕਹਿੰਦੇ ਕਾਕਾ ਇੱਧਰ ਆਓ। ਮੈਂ ਗਿਆ, ਪੈਰੀਂ ਹੱਥ ਲਾਏ, ਉਹਨਾਂ ਦੇ ਕੋਲ ਬੈਠ ਗਿਆ। ਕਹਿੰਦੇ ਪੁੱਤਰ ਜੀ ਮੈਂ ਨਾ ਤੁਹਾਨੂੰ ਥੈਂਕ ਯੂ ਕਹਿਣਾ ਹੈ। ਮੈਂ ਕਿਹਾ ਡੈਡੀ ਜੀ ਤੁਸੀਂ ਅੰਦਰ ਮੱਥਾ ਟੇਕ ਲਿਆ, ਠੀਕ ਹੈ, ਹੋ ਗਿਆ, ਦੁਬਾਰਾ ਥੈਂਕ ਯੂ ਕਹਿ ਰਹੇ, ਠੀਕ ਹੈ, ਨਲਾਇਕ ਬੱਚਾ ਆ ਗਿਆ ਤੁਹਾਡੀ ਕਲਾਸ 'ਚ, ਪਰ ਥੈਂਕ ਯੂ ਕਰਨ ਦੀ ਕੀ ਲੋੜ ਹੈ। ਬਟ ਨਹੀਂ, ਮੈਂ ਥੋੜ੍ਹਾ ਜਿਹਾ ਆਪਣੇ ਆਪ ਸੰਭਾਲ ਕੇ ਮੈਂ ਕਿਹਾ ਸਰ ਮੇਰਾ ਥੈਂਕ ਯੂ ਕਿਉਂ। ਅਤੇ ਮੈਂ ਨਾ ਕੁੜਤਾ ਪਜਾਮਾ ਹੀ ਪਾਉਂਦਾ ਸੀ ਸ਼ੁਰੂ ਤੋਂ, ਅਤੇ ਕੁੜਤਾ ਪਜਾਮਾ ਪਾਇਆ ਸੀ, ਇੱਦਾਂ ਹੀ ਗੋਲ ਪੱਗ ਬੰਨੀ ਹੋਈ ਸੀ ਸਿੱਧੀ। ਅਤੇ ਉਹ ਕਹਿੰਦੇ ਕਿ ਮੈਂ ਜਦੋਂ ਛੋਟਾ ਸੀਗਾ, ਮੈਂ ਪਿੰਡ ਵਿੱਚ ਬੈਠਾ ਹੋਇਆ ਸੀ, ਅਤੇ ਉੱਥੇ ਇੱਕ ਪੇੜ ਦੇ ਥੱਲੇ ਬਹਿ ਕੇ ਮੈਂ ਰੋ ਰਿਹਾ ਸੀ। ਤੇਰੇ ਵਰਗਾ ਇੱਕ ਬੰਦਾ ਮੇਰੇ ਕੋਲ ਆਇਆ ਔਰ ਮੈਨੂੰ ਪੁੱਛਿਆ ਕਿਉਂ ਰੋ ਰਿਹਾ, ਅਤੇ ਮੈਂ ਦੱਸਿਆ ਕਿ ਮੇਰੇ ਪਿੰਡ ਵਿੱਚ ਸਕੂਲ ਹੈ ਨਹੀਂ ਕੋਈ, ਮੈਂ ਹੁਣ ਜੋ ਵੀ 5ਵੀਂ 6ਵੀਂ ਸੀ ਉਹ ਕਰ ਲਈ ਹੈ, ਮੈਂ ਤਾਂ ਅੱਗੇ ਪੜ੍ਹਨਾ ਚਾਹੁੰਦਾ, ਪਰ ਮੈਂ ਕਿੱਦਾਂ ਪੜ੍ਹਾਂ, ਇੱਥੇ ਤਾਂ ਸਕੂਲ ਹੀ ਹੈ ਨਹੀਂ। ਕਹਿੰਦੇ ਲੈ ਤੂੰ ਐਵੇਂ ਰੋਈ ਜਾਣਾ, ਤੂੰ ਅੰਗਰੇਜ਼ਾਂ ਨੂੰ ਪੜ੍ਹਾ ਕੇ ਆਉਣਾ, ਬਸ ਧਿਆਨ ਰੱਖੀ ਵਿੱਦਿਆ ਵੇਚਣੀ ਨਹੀਂ, ਵਿੱਦਿਆ ਦਾ ਦਾਨ ਦੇਈਦਾ। ਇਹ ਕਹਿ ਕੇ ਉਹ ਸ਼ਖਸ ਚਲਾ ਗਿਆ। ਡਾਕਟਰ BM ਧਵਨ ਕੈਂਬਰਿਜ ਤੋਂ ਲੈ ਕੇ ਆਕਸਫੋਰਡ ਤੱਕ ਹਰ ਜਗ੍ਹਾ ਪੜ੍ਹਾ ਕੇ ਆਏ ਨੇ, ਪ੍ਰੋਫੈਸਰ ਰਹਿ ਚੁੱਕੇ ਨੇ। ਦਿੱਲੀ ਯੂਨੀਵਰਸਿਟੀ ਦੇ ਉਸ ਜ਼ਮਾਨੇ 'ਚੋਂ HOD ਸੀਗੇ ਕੈਮਿਸਟਰੀ ਦੇ, ਔਰ ਦਿੱਲੀ ਦੇ ਇੱਕ ਕਾਲਜ ਦੇ ਪ੍ਰਿੰਸੀਪਲ ਵੀ ਰਹਿ ਚੁੱਕੇ ਨੇ ਦਿੱਲੀ ਯੂਨੀਵਰਸਿਟੀ ਦੇ। ਬਹੁਤ ਹੀ ਵੱਡੀ ਸ਼ਖਸੀਅਤ ਹੋਏ ਨੇ, ਆਰਗੈਨਿਕ ਕੈਮਿਸਟਰੀ 'ਚ ਉਹਨਾਂ ਦਾ ਨਾਮ ਬਹੁਤ ਉੱਪਰ ਸੀਗਾ, ਔਰ ਫਿਜ਼ਿਕਸ ਦੇ ਵੀ ਬਹੁਤ ਵੱਡੇ ਪ੍ਰੋਫੈਸਰ ਹੋਏ ਨੇ ਉਹ। ਔਰ ਉਹਨਾਂ ਨੇ ਮੈਨੂੰ ਇਹ ਕਿਹਾ, ਕਹਿੰਦੇ ਕਿ ਮੈਂ ਜਿੱਥੇ ਵੀ ਅੱਜ ਤੱਕ ਦੁਨੀਆ 'ਚ ਪੜ੍ਹਾਉਣ ਗਿਆ, ਮੈਂ ਜੋੜੇ ਬਾਹਰ ਲਾ ਕੇ ਗਿਆ, ਕਿਉਂਕਿ ਦਾਨ ਨੰਗੇ ਪੈਰੀ ਦਿੱਤਾ ਜਾਂਦਾ ਹੈ। ਕਹਿੰਦੇ ਭਾਵੇਂ ਅਮਰੀਕਾ 'ਚ ਪੜ੍ਹਾਇਆ, ਭਾਵੇਂ ਇੰਗਲੈਂਡ ਵਿੱਚ, ਮੈਂ ਜੁੱਤੀਆਂ ਕਲਾਸ ਤੋਂ ਬਾਹਰ ਲਾਈਆਂ ਨੇ, ਔਰ ਮੈਂ ਹੱਥ ਜੋੜ ਕੇ ਮੱਥਾ ਟੇਕ ਕੇ ਆਪਣਾ ਦਾਨ ਦੇਣਾ ਸ਼ੁਰੂ ਕਰਦਾ। ਔਰ ਜਦੋਂ ਵੀ ਮੈਨੂੰ ਕੋਈ ਸ਼ਖਸ ਚਿੱਟੇ ਕੁੜਤੇ ਪਜਾਮੇ ਔਰ ਚਿੱਟੀ ਪੱਗ ਦੇ ਵਿੱਚ ਨਜ਼ਰ ਆ ਜਾਂਦਾ ਹੈ, ਮੈਂ ਉਹਦੇ ਕੋਲ ਜਾ ਕੇ ਧੰਨਵਾਦ ਕਰਦਾ ਕਿ ਸ਼ਾਇਦ ਮੇਰਾ ਧੰਨਵਾਦ ਉਸ ਸ਼ਖਸ ਤੱਕ ਪਹੁੰਚ ਜਾਏ ਜਿਹਨੂੰ ਮੈਂ ਦੁਬਾਰਾ ਕਦੀ ਨਹੀਂ ਮਿਲ ਪਾਇਆ। ਪਰ ਉਸ ਵੇਲੇ ਇਹ ਗੱਲ ਮੇਰੇ ਅੰਦਰ ਤੱਕ ਉਨੀ ਬੈਠੀ ਨਹੀਂ, ਕਈ ਵਾਰੀ ਟਾਈਮ ਲੱਗਦਾ। ਉਸ ਮਹੀਨੇ ਮੈਂ ਆਪਣੀ ਕਲਾਸ ਵਿੱਚ ਯੂਨਿਟ ਟੈਸਟ ਵਿੱਚ ਟੌਪ ਕੀਤਾ, ਸਾਰਿਆਂ ਨੂੰ ਉਹਨਾਂ ਦੇ ਆਨਸਰ ਸ਼ੀਟਸ ਮਿਲ ਗਈਆਂ, ਰਿਜ਼ਲਟ ਮਿਲ ਗਿਆ, ਮੇਰਾ ਨਹੀਂ ਮਿਲਿਆ। ਮੈਂ ਮੈਮ ਨੂੰ ਪੁੱਛਿਆ ਕਿ ਮੈਮ ਮੇਰੀ ਕਾਪੀ, ਕਹਿੰਦੇ ਹਾਂਜੀ ਤੁਹਾਡੀ ਕਾਪੀ ਵਿਕਰਮਜੀਤ ਨਾਲ ਜਾਓ ਪ੍ਰਿੰਸੀਪਲ ਸਰ ਦੇ ਕਮਰੇ 'ਚ ਹੈ। ਓਕੇ, ਪਹੁੰਚ ਗਏ ਪ੍ਰਿੰਸੀਪਲ ਸਰ ਦੇ। ਮੇਰੇ ਪ੍ਰਿੰਸੀਪਲ ਸਰ ਦੇ ਕਮਰੇ 'ਚ ਜਾ ਕੇ ਮੈਂ ਨੌਕ ਕੀਤਾ, ਦਰਵਾਜ਼ਾ ਖੋਲ੍ਹਿਆ ਅਤੇ ਪ੍ਰਿੰਸੀਪਲ ਸਰ ਆਪਣੇ ਟੇਬਲ 'ਤੇ ਚੇਅਰ 'ਤੇ ਬੈਠੇ ਹੋਏ ਸੀਗੇ, ਨਾਲ ਬੈਠੇ ਹੋਏ ਸੀ ਮੇਰੇ ਫਾਦਰ। ਮੇਰੀ ਹੋਰ ਹਾਲਤ ਖਰਾਬ, ਉੱਤੋਂ ਮੇਰੇ ਫਾਦਰ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਸੀਗੇ। ਔਰ ਜਿੱਦਾਂ ਹੀ ਮੈਂ ਅੰਦਰ ਗਿਆ, ਮੇਰੇ ਫਾਦਰ ਨੂੰ ਪ੍ਰਿੰਸੀਪਲ ਸਰ ਨੇ ਕਿਹਾ ਕਿ ਤੁਹਾਡਾ ਬੇਟਾ ਨਲਾਇਕ ਤੇ ਸੀਗਾ, ਹੁਣ ਤਾਂ ਚੀਟਰ ਵੀ ਬਣ ਗਿਆ, ਇਹਨੇ ਨਕਲ ਕੀਤੀ ਹੈ, ਇਹ ਦੇਖੋ ਇਹਦੀ ਕਾਪੀ, ਸਾਰੇ ਕੁਐਸਚਨ ਦੇ ਇਹਨੇ ਸਹੀ ਆਨਸਰ ਦਿੱਤੇ ਨੇ, ਹੋ ਹੀ ਨਹੀਂ ਸਕਦਾ ਕਿ ਇਹ ਮੁੰਡਾ ਔਰ ਫਿਜ਼ਿਕਸ ਦੇ ਸਾਰੇ ਆਨਸਰ ਠੀਕ ਕਰ ਦੇ। ਚਲੋ ਜੀ, ਮੈਂ ਬੜਾ ਕਿਹਾ ਨਹੀਂ, ਮੈਂ ਨਕਲ ਨਹੀਂ ਮਾਰੀ, ਮੈਂ ਇਮਾਨਦਾਰੀ ਨਾਲ ਪੇਪਰ ਦਿੱਤਾ ਹੈ, ਪਰ ਨਹੀਂ ਮੰਨੇ। ਫਿਰ ਮੇਰੇ ਫਾਦਰ ਨੇ ਕਿਹਾ ਅਸੀਂ ਦੀ ਟਿਊਸ਼ਨ ਰਖਾਈ ਹੈ, ਪ੍ਰਿੰਸੀਪਲ ਸਰ ਨੂੰ ਯਕੀਨ ਨਾ ਹੋਵੇ, ਕਹਿੰਦੇ ਟਿਊਸ਼ਨ ਹੈ ਜੋ ਵੀ ਹੈ, ਬੱਚਾ ਇੰਨਾ ਵਧੀਆ ਨਹੀਂ ਕਰ ਸਕਦਾ। ਮੈਂ ਕਹਿੰਦੇ ਤੁਸੀਂ ਟੈਸਟ ਲੈ ਲਓ।
ਸੋ ਮੇਰੇ ਪ੍ਰਿੰਸੀਪਲ ਸਰ ਆਪ ਫਿਜ਼ਿਕਸ ਦੇ ਪ੍ਰੋਫੈਸਰ ਰਹਿ ਚੁੱਕੇ ਸੀ ਕਿਸੇ ਕਾਲਜ ਵਿੱਚ, ਉੱਥੋਂ ਦੀ ਛੱਡ ਕੇ ਉਹ ਸਾਡੇ ਸਕੂਲ ਦੇ ਪ੍ਰਿੰਸੀਪਲ ਬਣੇ ਸੀਗੇ। ਤੇ ਉਹਨਾਂ ਨੇ ਫਿਰ ਮੇਰਾ ਟੈਸਟ ਲੈਣਾ ਸ਼ੁਰੂ ਕੀਤਾ ਫਿਜ਼ਿਕਸ ਦਾ। ਉਹਨਾਂ ਨੇ ਮੈਨੂੰ ਕਈ ਕੁਐਸਚਨ ਪੁੱਛੇ, ਮੈਂ ਸਭ ਦੇ ਸਹੀ ਆਨਸਰ ਦਿੱਤੇ। ਮੈਨੂੰ ਨਹੀਂ ਪਤਾ ਉਹਨਾਂ ਨੇ ਕੁਐਸਚਨ ਕਿੱਦਾਂ ਘੁਮਾ ਘੁਮਾ ਕੇ ਟ੍ਰਿਕ ਪੁੱਛੇ ਜਾਂ ਉਹਨਾਂ ਨੂੰ ਕੀ ਸਮਝ ਆਇਆ ਉਹਨਾਂ ਆਨਸਰਸ ਤੋਂ। ਉਹਨਾਂ ਨੇ ਮੈਨੂੰ ਜਿਹੜੀ ਅਗਲੀ ਗੱਲ ਕਹੀ, ਉਸ ਵੇਲੇ ਵੀ ਔਰ ਅੱਜ ਵੀ ਦੱਸਦਿਆਂ ਹੋਇਆਂ ਮੈਨੂੰ ਸ਼ਿਵਰਸ ਮਹਿਸੂਸ ਹੋ ਰਹੇ ਨੇ। ਉਹਨਾਂ ਨੇ ਮੈਨੂੰ ਸਿੱਧੇ ਹੀ ਪੁੱਛਿਆ, ਕਹਿੰਦੇ ਵਿਕਰਮ ਤੂੰ ਕਿਤੇ ਡੈਡੀ ਜੀ ਤੋਂ ਨਹੀਂ ਪੜ੍ਹ ਰਿਹਾ? ਮਾਈ ਪ੍ਰਿੰਸੀਪਲ ਆਸਕਿੰਗ ਮੀ ਦਿਸ, ਐਂਡ ਆਈ ਐਮ ਨੋਟ ਮੇਕਿੰਗ ਅਪ ਦ ਸਟੋਰੀ, ਇਟਸ ਐਕਚੁਅਲੀ ਹੈਪਨਡ, ਕਲਾਸ 11th। ਮੈਂ ਕਿਹਾ ਹਾਂਜੀ ਮੈਂ ਡੈਡੀ ਜੀ ਤੋਂ ਪੜ੍ਹ ਰਿਹਾ। ਹੀ ਗੋਟ ਅਪ ਫਰੋਮ ਹਿਸ ਚੇਅਰ, ਆਪਣਾ ਅੱਧਾ ਕਿਲੋਮੀਟਰ ਦਾ ਟੇਬਲ ਪਾਰ ਕਰਕੇ ਆਏ, ਮੇਰੇ ਮੋਢੇ ਫੜੇ, ਕਹਿੰਦੇ ਮੈਨੂੰ ਡੈਡੀ ਜੀ ਨਾਲ ਮਿਲਾ ਦੇਂਗਾ? ਅੰਦਰੋਂ ਤੇ ਮੇਰੇ ਆਵਾਜ਼ ਆ ਰਹੀ ਸੀ ਹੁਣ ਆਇਆ ਊਠ ਪਹਾੜ ਦੇ ਨੀਚੇ, ਬਟ ਨਹੀਂ, ਥੋੜ੍ਹਾ ਜਿਹਾ ਕੰਟਰੋਲ ਕੀਤਾ। ਮੈਂ ਕਿਹਾ ਸਰ ਤੁਸੀਂ ਡੈਡੀ ਜੀ ਨੂੰ ਕਿੱਦਾਂ ਜਾਣਦੇ ਹੋ? ਕਹਿੰਦੇ ਮੈਂ ਜਦੋਂ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦਾ ਸੀਗਾ, ਉਹ ਮੇਰੇ ਪ੍ਰਿੰਸੀਪਲ ਹੁੰਦੇ ਸੀ ਮੇਰੇ ਕਾਲਜ ਦੇ। ਅੱਜ ਮੈਂ ਜੋ ਵੀ ਹੈਗਾ ਉਹਨਾਂ ਦੇ ਕਰਕੇ ਹੈਗਾ, ਮੇਰਾ ਥੈਂਕ ਯੂ ਪੈਂਡਿੰਗ ਹੈ। ਉਸ ਦਿਨ ਮੈਨੂੰ ਸਮਝ ਆਇਆ ਕਿ ਨਾਨਕ ਨੈਵਰ ਡਾਈਡ, ਹੀ ਇਜ਼ ਸਟਿਲ ਦੇਅਰ। ਅਸੀਂ ਪਛਾਣ ਨਹੀਂ ਪਾਉਂਦੇ। ਗ੍ਰੈਟੀਟਿਊਡ ਇਜ਼ ਆਈ ਥਿੰਕ ਦ ਬਿਗੇਸਟ ਮੈਸੇਜ that Nanak ya any Sufi saint can give us. ਇੰਨਾ ਟਰੈਵਲ ਕੀਤੇ, ਜਿੱਥੇ ਗਏ ਉੱਥੋਂ ਦੇ ਹੋ ਗਏ। ਸਿਆਲੀ ਟੋਪੀ ਦੇ ਵਿੱਚ ਵੀ ਉਹਨਾਂ ਦੀ ਤਸਵੀਰ ਮਿਲ ਜਾਏਗੀ, ਦਸਤਾਰ ਵਿੱਚ ਵੀ ਮਿਲ ਜਾਏਗੀ, ਉਹਨਾਂ ਦੀ ਆਪਣੀ ਤੁਕ ਮਿਲ ਜਾਏਗੀ, ਨੀਲ ਵਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਜਿੱਥੇ ਗਏ ਉੱਥੋਂ ਦੇ ਹੀ ਹੋ ਗਏ। ਲੇਕਿਨ ਅੱਜ ਦੀ ਤਾਰੀਖ ਅਸੀਂ ਵੀ ਜਿੱਥੇ ਜਾਂਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਨਹੀਂ ਇਹ ਮੇਰਾ ਅਟਾਇਰ ਹੈ, ਇਹ ਮੇਰਾ ਐਟੀਟਿਊਡ ਹੈ, ਮੈਂ ਤਾਂ ਇੱਦਾਂ ਹੀ ਰਹਾਂਗਾ ਜੀ। ਮੈਂ ਆਪ ਕਰਦਾ, ਮੈਂ ਝੂਠ ਨਹੀਂ ਬੋਲਾਂਗਾ। ਇਸੇ ਲਈ ਮੈਂ ਕਹਿ ਰਿਹਾ ਕਿ ਉਹ ਅਵਸਥਾ ਵਾਕਈ ਬਹੁਤ ਉੱਚੀ ਹੈ। ਅਸੀਂ ਸ਼ਾਇਦ ਉਸ ਲੈਵਲ ਤੱਕ ਨਾ ਪਹੁੰਚ ਪਾਈਏ, ਲੇਕਿਨ ਕਿਤੇ ਨਾ ਕਿਤੇ ਤੇ ਕੋਸ਼ਿਸ਼ ਕਰ ਸਕਦੇ ਹਾਂ। ਉਹ ਕੋਸ਼ਿਸ਼ ਸ਼ੁਰੂ ਕਿੱਥੋਂ ਕਰਨੀ ਹੈ? ਉਹਦੇ ਲਈ ਸਭ ਤੋਂ ਪਹਿਲਾਂ ਜੋ ਮੈਂ ਕੰਮ ਕੀਤਾ ਆਪਣੀ ਲਾਈਫ 'ਚ ਇਹ ਸੀਗਾ ਕਿ ਅੱਖਾਂ ਬੰਦ ਕਰਕੇ ਮੰਨਣਾ ਛੱਡ ਦਿੱਤਾ। ਮੈਂ ਹਰ ਚੀਜ਼ ਦੇ ਪਿੱਛੇ ਦੇਖਿਆ ਕਿ ਜੇ ਇਹ ਗੱਲ ਉਹਨਾਂ ਨੇ ਕਹੀ ਜਾਂ ਕੀਤੀ, ਉਸ ਵੇਲੇ ਕੀ ਮਾਹੌਲ ਸੀ, ਕੀ ਹਾਲਾਤ ਸੀ। ਮੈਨੂੰ ਬਹੁਤ ਹੀ ਵਧੀਆ ਲੱਗਿਆ ਸਰ ਜਦੋਂ ਅੱਜ ਤੁਸੀਂ ਮੁਲਤਾਨੀ ਦੇ ਵਿੱਚ ਗੱਲ ਕਰ ਰਹੇ ਸੀਗੇ। ਇਹ ਚੀਜ਼ ਅਸੀਂ ਕਦੀ ਆਪਸ ਜ਼ਿਕਰ ਨਹੀਂ ਕਰੀਦਾ ਕਿ ਗੁਰੂ ਨਾਨਕ ਜਿਹੜੇ ਇਲਾਕੇ ਤੋਂ ਸੀਗੇ ਉੱਥੇ ਜਿਹੜੀ ਭਾਸ਼ਾ ਸੀ ਉਹ ਭਾਸ਼ਾ ਬੋਲਦੇ ਹੋਣਗੇ ਨਾ। ਅਸੀਂ ਕਦੀ ਦੁਆਬੀ 'ਚ ਤੇ ਕਦੀ ਮਾਝੀ 'ਚ, ਤੇ ਅਸੀਂ ਆਪਣੇ ਐਕਸੈਂਟ, ਮੇਰੀ ਤਾਂ ਖੈਰ ਦਿੱਲੀ ਰਹਿਣ ਕਰਕੇ ਉਹ ਸਾਰਾ ਕੁਛ ਹੀ ਮਿਕਸ ਹੋਇਆ ਪਿਆ, ਕੁਛ ਬਚਿਆ ਹੀ ਨਹੀਂ ਹੈ। ਬਟ ਜੋ ਜਿਸ ਇਲਾਕੇ ਤੋਂ ਹੈਗਾ ਉਸ ਭਾਸ਼ਾ ਗੁਰੂ ਗੋਬਿੰਦ ਸਿੰਘ ਜੀ ਬਾਣੀਆਂ ਪੜ੍ਹ ਰਹੇ ਸੀ, ਕਿਤੇ ਸੰਸਕ੍ਰਿਤ ਆ ਰਹੀ ਹੈ, ਕਿਤੇ ਫਾਰਸੀ ਆ ਰਹੀ ਹੈ। ਮੇਰੇ ਕਮਰੇ 'ਚ ਪਿਤਾ ਜੀ ਨੇ ਇੱਕ ਪੇਂਟਿੰਗ ਬਣਾਈ ਸੀ ਗੁਰੂ ਗੋਬਿੰਦ ਸਿੰਘ ਜੀ ਉੱਪਰ, ਇੱਕ ਲਾਈਨ ਲਿਖੀ ਹੋਈ ਸੀ, ਉਹ ਟੰਗੀ ਰਹਿੰਦੀ ਸੀ, ਚੁਕਾਰਜ਼ ਹਮਾ ਹੀਲਤੇ ਦਰਗੁਜ਼ਸ਼ ਥਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਬਹੁਤ ਵਧੀਆ ਲੱਗਦੀ ਸੀ ਉਹ ਲਾਈਨ ਪੜ੍ਹ ਕੇ। ਮੈਨੂੰ ਫਾਰਸੀ ਦਾ ਸ਼ੌਕ ਪੈ ਗਿਆ, ਮੈਂ ਫਾਰਸੀ ਸਿੱਖਣੀ ਸ਼ੁਰੂ ਕਰ ਦਿੱਤੀ, ਸਮਝਣ ਲਈ ਕਿ ਇਹ ਹੁੰਦਾ ਕੀ, ਇਹਦੀ ਗਹਿਰਾਈਆਂ 'ਚ ਕੀ ਹੈ। ਉਰਦੂ ਸਮਝੀ, ਜੋ ਉਰਦੂ ਪੜ੍ਹੀ, ਮੈਂ ਕਿਹਾ ਉਰਦੂ ਸਿੱਖਣ ਨੂੰ ਮੈਨੂੰ ਕੋਈ ਟਾਈਮ ਨਹੀਂ ਲੱਗਾ। ਸਿਰਫ ਸਕ੍ਰਿਪਟ ਮੈਨੂੰ ਸਿੱਖਣੀ ਪਈ, ਬਾਕੀ ਜਿਹੜੀ ਲੈਂਗੁਏਜ ਸੀ ਲੋਕੀ 2-2 3-3 ਸਾਲ ਪ੍ਰੈਕਟਿਸ ਕਰ ਰਹੇ ਸੀ, ਮੈਨੂੰ ਮਹੀਨਾ ਵੀ ਨਹੀਂ ਲੱਗਿਆ। ਮੈਂ ਕਿਹਾ ਘਰ 'ਚ ਅਸੀਂ ਸਾਰਾ ਦਿਨ ਇਹੀ ਤੇ ਬੋਲ ਰਹੇ ਹਾਂ, ਲੇਕਿਨ ਅਸੀਂ ਸਮਝ ਰਹੇ ਅਸੀਂ ਪੰਜਾਬੀ ਬੋਲ ਰਹੇ ਹਾਂ। ਉਹ ਕਹਿ ਰਹੇ ਨਹੀਂ ਇਹ ਪੰਜਾਬੀ ਨਹੀਂ ਹੈ, ਉਰਦੂ ਹੈ। ਮੈਨੂੰ ਸੁਡਾਨ ਤੋਂ ਗਵਰਨਮੈਂਟ ਤੋਂ ਇਨਵੀਟੇਸ਼ਨ ਆਇਆ, ਉੱਥੇ ਦੇ ਹੈਰੀਟੇਜ ਨੂੰ ਪ੍ਰਮੋਟ ਕਰਨ ਲਈ ਮੈਂ ਕੁਝ ਪ੍ਰੋਜੈਕਟ ਕਰਨੇ ਸੀਗੇ। ਜਦੋਂ ਮੈਂ ਸੁਡਾਨ ਪਹੁੰਚਿਆ, ਕੁਝ ਗੱਲਬਾਤ ਕਰਦਿਆਂ ਮੇਰੇ ਮੂੰਹ 'ਚੋਂ ਨਿਕਲ ਗਿਆ ਕਿ ਹਾਂ ਮੈਂ ਚਾਹ, ਆਈ ਵਾਂਟ ਟੂ ਹੈਵ ਚਾਹ। ਅਤੇ ਉਹ ਯੂ ਸੇ ਚਾਹ, ਯੂ ਸਪੀਕ ਸੁਡਾਨੀਜ਼। ਮੈਂ ਕਿਹਾ ਜੀ ਮੈਂ ਪੰਜਾਬੀ 'ਚ ਮੰਗ ਲਈ ਗਲਤੀ ਨਾਲ। ਕਹਿੰਦੇ ਨੋ, ਇਨ ਸੁਡਾਨੀਜ਼ ਵੀ ਸੇ ਚਾਹ, ਇਨ ਇੰਗਲਿਸ਼ ਵੀ ਸੇ ਟੀ। ਮੈਂ ਕਿਹਾ ਨਹੀਂ ਪੰਜਾਬੀ 'ਚ ਬੋਲਦੇ ਚਾਹ। ਅਸੀਂ ਉੱਥੇ ਬਹਿਸ ਕਰਨ ਲੱਗ ਗਏ। ਸੋ ਲੈਂਗੁਏਜ ਕਿਵੇਂ ਚੇਂਜ ਹੁੰਦੀ ਹੈ, ਔਰ ਇੱਕ ਸ਼ਖਸ ਇੱਕ ਜਗ੍ਹਾ ਤੋਂ ਜਦੋਂ ਦੂਸਰੀ ਜਗ੍ਹਾ 'ਤੇ ਜਾਂਦਾ ਹੈ, ਉਹਨੂੰ ਗੱਲਬਾਤ ਸਮਝ ਕਿੱਦਾਂ ਆ ਜਾਂਦੀ ਉੱਥੇ ਦੀ। ਮੈਂ ਇੱਥੇ ਬਹੁਤ ਸਮਝਣ ਦੀ ਕੋਸ਼ਿਸ਼ ਕੀਤੀ। ਮੇਰੇ ਕੋਲ ਟਾਈਮ ਦੀ ਕਮੀ ਹੈ, ਸੋ ਮੈਂ ਇਹਨੂੰ ਬਹੁਤ ਜ਼ਿਆਦਾ ਲੰਬਾ ਨਹੀਂ ਖਿੱਚਾਂਗਾ। ਸਟੂਡੈਂਟਸ ਨੂੰ ਤਾਂ ਖਾਸ ਕਰ ਮੈਂ ਇੱਕੋ ਰਿਕੁਐਸਟ ਕਰਾਂਗਾ, ਖਾਲੀ ਕਿਤਾਬਾਂ ਦੇ ਪਿੱਛੇ ਨਾ ਲੱਗੋ। ਕਿਉਂਕਿ ਜਿਹੜੀਆਂ ਕਿਤਾਬਾਂ ਤੁਹਾਨੂੰ ਮਿਲੀਆਂ ਹੋਈਆਂ ਨੇ, ਔਰ ਜਿਹੜਾ ਤੁਹਾਨੂੰ ਉਹ 30-35 ਮਿੰਟ ਦਾ ਪੀਰੀਅਡ ਮਿਲਦਾ ਹੈ, ਉਹਦੇ ਵਿੱਚ ਮੈਨੂੰ ਪਤਾ ਕਿੰਨੀ ਪ੍ਰੋਬਲਮ ਹੁੰਦੀ ਹੈ। ਮੈਂ ਉਹ ਪੂਰੀ ਲਾਈਫ ਝੇਲ ਚੁੱਕਾ 12-13 ਸਾਲ। ਬੈਲ ਵੱਜਦੀ ਹੈ, ਕਿਤਾਬ ਬੰਦ ਕਰਕੇ ਬੈਗ 'ਚ ਪਾਣੀ ਪੈਂਦੀ, ਨਵੀਂ ਕਿਤਾਬ ਕੱਢ ਕੇ ਮਾਈਂਡ ਰੀਸੈਟ ਕਰਨਾ ਪੈਂਦਾ ਕਿ ਨਵੀਂ ਦੁਨੀਆ ਸ਼ੁਰੂ ਹੋਣ ਲੱਗੀ ਹੈ। ਹੁਣ ਕੋਈ ਕਨੈਕਸ਼ਨ ਹੀ ਨਹੀਂ ਪਿਛਲੇ ਵਾਲਿਆਂ ਦਾ, ਜਦਕਿ ਕਨੈਕਸ਼ਨ ਹੁੰਦਾ ਹੈ, ਪਰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂ ਸਾਡੇ ਟੀਚਰ ਵੀ ਸਾਡੀ ਕੋਈ ਹੈਲਪ ਨਹੀਂ ਕਰਦੇ। ਹਰ ਕੋਈ ਕਹਿੰਦਾ ਯਾਰ ਹਿਸਟਰੀ ਬਹੁਤ ਬੋਰਿੰਗ ਹੈ ਨਾ। ਹਿਸਟਰੀ ਕਿਹਨੂੰ ਬੋਰਿੰਗ ਲੱਗਦੀ ਹੈ? ਟੀਚਰਸ ਬੈਠੇ ਨੇ ਇੱਥੇ, ਪਲੀਜ਼ ਆਈਜ਼ ਕਲੋਜ਼ ਕਰ ਲਓ। ਓਕੇ ਸਟੂਡੈਂਟਸ, ਹਿਸਟਰੀ ਕਿਹਨੂੰ ਬੋਰਿੰਗ ਲੱਗਦੀ ਹੈ? Here's a fact. History has never been boring.
ਸਟੂਡੈਂਟਸ ਨੂੰ ਬੋਰਿੰਗ ਲੱਗਦੀ ਹੈ ਮੇ ਬੀ ਬਿਕੋਜ਼ ਆਫ ਬੁੱਕਸ, ਬਿਕੋਜ਼ ਆਫ ਟੀਚਰਸ। ਅਕਬਰ ਕਦੋਂ ਜੰਮਿਆ, ਬਾਬਰ ਕਦੋਂ ਆਇਆ, ਸਾਨੂੰ ਕੀ ਫਰਕ ਪੈਂਦਾ ਹੈ? क्यों दुखी कर रहे हो सानू? बट मैडम जी ने बोला तो याद तो करना पड़ेगा ना। चलो कर लेने हैं याद। किवें याद किया जाए? एक हिंट दे रहा और उन्होंने पकड़ के जो तुसी अपने कोई टेक्निक डेवलप कर सको बहुत ही। तुहानूं पता एक कंपनी हैगी है जिहदा नाम है 1469। टी शर्ट्स वगैरह और कई काफ़ी कुछ आइटमां वगैरह बनाते हैं। पंजाबी दे विच सारे स्लोगन लिखे होंदे आ, पंजाबी कल्चर नूं प्रमोट करते हैं। सुनिया किसी ने बारे? 1469। वाई 1469? गुरु नानक देव जी का बर्थ ईयर है। सो इसलिए उतों की पंजाबीयत उन्होंने एक दो स्टोर अमृतसर में भी है, चंडीगढ़ में भी ने, तो 200-250 इंग्लैंड होने ज़्यादा पंजाबी तो उत्थे बैठे आ। मैं 1469 की टी शर्ट्स काफ़ी पाना, मैनू अच्छियां लगदियां ने। और मैं यह भी पढ़िया होया है कि जिन सिर सोहन पट्टियां मांगी पाए सिंदूर से सिर काती मुनियन गल विच आवे धूड़ महलां अंदर होंदियां हुण बहन ना मिले हदूर आदेश बाबा आदेश आद पुरख तेरा अंत ना पाया कर कर देखे विच। बाबर वाणी है। गुरु नानक देव जी नूं जदों बाबर ने अरेस्ट कीता सी, जदों पिंड विच सारे जाने उस इलाके चों अरेस्ट होए, गुरु नानक देव जी भी नाल अरेस्ट होए सी, जेल च बैठे सीगे ते जेल दा हाल उन्होंने बयान कीता सी बहुत ही खूबसूरत तरीके नाल। हुण मैनूं इस तो यह पता चल जाता है कि जदों गुरु नानक देव जी नूं अरेस्ट किया गया सीगा, वो बाबर दा पहला अटैक सीगा और बाबर गुरु नानक देव जी तो 11 साल छोटा है और रफली वो 40 साल के आस पास सीगे, नॉट एग्जैक्टली बट अप्रॉक्सीमेटली। इट इज़ इंपॉर्टेंट वी कीप इट अप्रॉक्सीमेट, डोंट ट्राई टू गेट इनटू एग्जैक्ट नंबरस। अंदाज़ा 40 साल के आस पास सीगे जदों जेल पहुंचे सी। बाबर जो 11 साल छोटा है गुरु नानक देव जी तो वो 30 साल के आस पास का होएगा जो उन्हें अटैक किया। और क्योंकि मैं एक टी शर्ट पाई हुई है, मैं मुगलों की पूरी लीनीएज फ्रॉम बाबर टू बहादुर शाह जफर कैलकुलेट कर सकते। 1857 का गदर भी सानू चेते, 1857 आखिरी बादशाह होया। सो रफली सारी कैलकुलेशन हो सकती है। इनू कहते हैं मैमरी मार्कर। थानू रट्टा मारन की लोड़ नहीं है। मैं जो डिटेल्स नहीं जावांगा, टाइम बहुत लग जाएगा। बट माई पॉइंट हियर इज़ कि किसी भी एक चीज़ नू, चाहे वो गुरु साहिबान हो, चाहे वो थोड़ी फिजिक्स केमिस्ट्री मैथ्स होवे या थोड़ी लाइफ की कोई भी चीज़ होवे, उन्होंने अलग करके पढ़ने की कोशिश ना करना, सारिਆਂ ਨੂੰ इकट्ठे रख के देखना, एक ਵੱਖਰੀ दुनिया नज़र आएगी और चीज़ां छेती चेते होनियां शुरू हो जाएंगियां। इन्हां शब्दों के नाल इजाज़त चाहांगा। धन्यवाद।